वाहिगुरु जी का खालसा वाहिगुरु जी की फतेह जी। दोस्तों ਅੱਜ ਗੱਲ ਕਰਾਂਗੇ ਇੱਕ ਐਸੇ ਪ੍ਰਵਾਸੀ ਮਜ਼ਦੂਰ ਬਾਰੇ ਜਿਹੜਾ ਕਿ ਖਾੜਕੂਵਾਦ ਦੌਰ ਵਿੱਚ ਕਿਵੇਂ ਹਥਿਆਰਾਂ ਦੀ ਲੁੱਟ ਕਰਦਾ ਰਿਹਾ, ਕਿਵੇਂ ਉਹਨੇ ਐਸ਼ਾਂ ਕੀਤੀਆਂ। ਸੋ ਅੱਜ ਦੀ ਜਿਹੜੀ ਵੀਡੀਓ ਹੈ ਜੀ ਬੜੀ ਦਿਲਚਸਪ ਹੋਣ ਵਾਲੀ ਹੈ, ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ। ਦਲਜੀਤ ਸਿੰਘ ਬਿੱਟੂ ਜੀ ਆਪਣੀ ਕਿਤਾਬ ਵਿੱਚ ਦੱਸਦੇ ਨੇ ਵੀ ਉਹਨਾਂ ਸਮਿਆਂ ਦੀ ਲਪੇਟ ਵਿੱਚ ਆਏ ਕੁਝ ਚਿਹਰਿਆਂ ਦੀ ਮੈਨੂੰ ਕਈ ਵਾਰ ਯਾਦ ਆਉਂਦੀ ਹੈ। ਉਸ ਸਮੇਂ ਹਥਿਆਰਾਂ ਦੀ ਵਰਤੋਂ ਦਾ ਕੀ ਮਤਲਬ ਸੀ, ਉਹ ਕਿਸ ਤਰੀਕੇ ਨਾਲ ਅਲਹਿਦਾ ਕਿਸਮ ਦੇ ਲੋਕਾਂ ਰਾਹੀਂ ਕੀ ਰੂਪ ਵਿਖਾਉਂਦਾ ਸੀ, ਜੰਗ ਦੀ ਦਹਿਸ਼ਤ ਕਿਸ ਤਰ੍ਹਾਂ ਨਾਲ ਸਮਾਜ ਉੱਤੇ ਅਸਰ ਅੰਦਾਜ਼ ਹੁੰਦੀ ਹੈ, ਮਨੁੱਖ ਵਿਚਲਾ ਸ਼ੈਤਾਨ ਡਰ ਦੇ ਮਾਹੌਲ ਦਾ ਕਿਵੇਂ ਫਾਇਦਾ ਉਠਾਉਂਦਾ ਹੈ। ਇਹ ਵਰਤਾਰਾ ਇਸ ਦਾਸਤਾਨ ਰਾਹੀਂ ਬੋਲਦਾ। ਕਹਿੰਦਾ ਜੋ ਮੈਨੂੰ ਵੱਖ-ਵੱਖ ਟੋਟਿਆਂ ਵਿੱਚ ਪਤਾ ਲੱਗੀ ਹੁਣ ਪੂਰੀ ਕਰਕੇ ਲਿਖਣ ਲੱਗਾ। ਕਹਿੰਦੇ ਵੀ ਜਦੋਂ ਸਾਨੂੰ ਕਿਤੇ ਲੁਧਿਆਣੇ ਤੋਂ ਫਿਰੋਜ਼ਪੁਰ ਤੱਕ ਜਾਣਾ ਪੈਂਦਾ ਸੀ ਤਾਂ ਅਸੀਂ ਲੁਧਿਆਣਾ ਫਿਰੋਜ਼ਪੁਰ ਮੁਸਾਫਰ ਗੱਡੀ ਜੋ ਹਨੇਰਾ ਹੋਣ ਤੋਂ ਪਹਿਲਾਂ ਚੱਲਦੀ ਸੀ ਉਸ ਵਿੱਚ ਜ਼ਿਆਦਾਤਰ ਮਾਡਲ ਗ੍ਰਾਮ ਸਟੇਸ਼ਨ ਤੋਂ ਹੀ ਚੜ੍ਹਦੇ ਸੀ। ਅਜਿਹੇ ਸਮੇਂ ਅਸੀਂ ਡੱਬ ਦਾ ਹਥਿਆਰ ਨਾਲ ਰੱਖਦੇ ਹੁੰਦੇ ਸੀ। ਜਿਹੜੀ ਥਾਂ ਉੱਤੇ ਉਤਰਨਾ ਹੁੰਦਾ ਸੀ ਉੱਥੇ ਕੋਈ ਨਾ ਕੋਈ ਲੈਣ ਆਇਆ ਹੁੰਦਾ ਸੀ ਅੱਗੋਂ। ਇਹ ਗੱਡੀ ਹਰ ਵੱਡੇ ਪਿੰਡ ਰੁਕਦੀ ਸੀ। ਉੱਥੋਂ ਦੇ ਨੌਕਰੀ ਪੇਸ਼ਾ ਲੋਕ, ਛੋਟੇ ਵਪਾਰੀ, ਆਮ ਕਿਸਾਨ ਜਾਂ ਮਜ਼ਦੂਰ ਸਫ਼ਰ ਕਰਦੇ ਸਨ। ਰੇਲਵੇ ਪੁਲਿਸ ਦੀ ਗੱਡੀ ਨਾਲ ਹੁੰਦੀ ਸੀ ਪਰ ਉਹ ਬਹੁਤਾ ਧਿਆਨ ਨਹੀਂ ਸੀ ਦਿੰਦੇ, ਉਹਨਾਂ ਆਪਣਾ ਸਮਾਂ ਹੀ ਪੂਰਾ ਕਰਨਾ ਹੁੰਦਾ ਸੀ। ਕਹਿੰਦੇ ਇੱਕ ਵਾਰ ਮੈਂ ਅਤੇ ਗੁਰਜੰਟ ਸਿੰਘ ਨੇ ਮੋਗੇ ਕੋਲ ਜਾਣਾ ਸੀ। ਸ਼ਾਮ ਨੂੰ ਇੱਥੋਂ ਗੱਡੀ ਚੜੇ, ਸਿਆਲਾਂ ਦੇ ਦਿਨ ਸਨ। ਅਸੀਂ ਆਪਣਾ ਰਹਿ ਰਾਸ ਦਾ ਪਾਠ ਕੀਤਾ। ਫੇਰ ਗੱਡੀ ਵਿੱਚ ਗੁਰਜੰਟ ਸਿੰਘ ਟਹਿਲਣ ਲੱਗਾ ਤੇ ਥੋੜੇ ਚਿਰ ਬਾਅਦ ਕਹਿੰਦੇ ਵੀ ਇੱਕ 17-18 ਸਾਲ ਦੇ ਨੌਜਵਾਨ ਨੂੰ ਆਪਣੇ ਨਾਲ ਲੈ ਆਇਆ। ਉਹ ਮਧਰੇ ਕੱਦ, ਕਣਕ ਮੰਗੇ ਰੰਗ, ਇਕਹਿਰੇ ਅਤੇ ਚੁਸਤ ਸਰੀਰ ਦਾ ਸੀ। ਉਹ ਉਹਦੇ ਨਾਲ ਗੱਲਾਂ ਕਰਨ ਲੱਗ ਪਿਆ। ਮੇਰੇ ਸੁਭਾਅ ਵਿੱਚ ਸ਼ੁਰੂ ਤੋਂ ਹੀ ਕਿਸੇ ਨਾਲ ਇਸ ਤਰ੍ਹਾਂ ਗੱਲਬਾਤ ਤੋਰਨ ਦੀ ਰੁਚੀ ਨਹੀਂ ਸੀ। ਗੁਰਜੰਟ ਸਿੰਘ ਦਾ ਸੁਭਾਅ ਸੀ ਕਿ ਉਹ ਸਫ਼ਰ ਦੌਰਾਨ ਕਿਸੇ ਨਾ ਕਿਸੇ ਬੰਦੇ ਨਾਲ ਗੱਲਬਾਤ ਤੋਰ ਦਿੰਦਾ ਸੀ। ਉਹਨਾਂ ਦਿਨਾਂ ਵਿੱਚ ਉਹਦੇ ਕੋਲ FCI ਦੇ ਇੰਸਪੈਕਟਰ ਦਾ ਕਾਰਡ ਬਣਿਆ ਹੋਇਆ ਸੀ। ਅਸੀਂ ਜਦੋਂ ਵੀ ਕਿਤੇ ਸਫ਼ਰ ਉੱਤੇ ਨਿਕਲਦੇ ਸਾਂ ਤਾਂ ਸਾਡੇ ਕੋਲ ਕੋਈ ਨਾ ਕੋਈ ਪਛਾਣ ਬਣਾਈ ਹੋਈ ਹੁੰਦੀ ਸੀ ਜਾਂ ਫਿਰ ਆਪਸ ਵਿੱਚ ਕੋਈ ਕਹਾਣੀ ਬਣਾਈ ਹੁੰਦੀ ਸੀ ਕਿ ਅਸੀਂ ਕੌਣ ਆ ਅਤੇ ਸਾਡਾ ਆਪਸ ਵਿੱਚ ਕੀ ਸੰਬੰਧ ਹੈ, ਅਸੀਂ ਕੀ ਕਰਦੇ ਹਾਂ ਤੇ ਕਿੱਧਰ ਜਾ ਰਹੇ ਹਾਂ, ਕਿਉਂ ਜਾ ਰਹੇ ਹਾਂ। ਉਹਨਾਂ ਦਿਨਾਂ ਵਿੱਚ ਕਿਤੇ ਵੀ ਕੋਈ ਨਾਕਾ ਜਾਂ ਗਸ਼ਤ ਪਾਰਟੀ ਰੋਕ ਕੇ ਅਜਿਹੇ ਸਵਾਲ ਆਮ ਹੀ ਪੁੱਛ ਲੈਂਦੀ ਸੀ। ਕਹਿੰਦੇ ਕੁਝ ਸਿੰਘ ਆਮ ਪੁੱਛੇ ਜਾਣ ਵਾਲੇ ਸਵਾਲਾਂ ਦੀ ਤਿਆਰੀ ਬਿਨਾਂ ਇਸ ਤਰ੍ਹਾਂ ਹੀ ਮੁਸੀਬਤ ਵਿੱਚ ਫਸ ਗਏ ਸਨ। ਗੁਰਜੰਟ ਸਿੰਘ ਕਿਸੇ ਨਵੇਂ ਬੰਦੇ ਨਾਲ ਵੀ ਗੱਲਬਾਤ ਵਿੱਚ ਖੁੱਭ ਜਾਇਆ ਕਰਦਾ ਸੀ, ਅਗਲੇ ਬੰਦੇ ਦੀ ਜ਼ਿੰਦਗੀ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋ ਜਾਂਦਾ ਸੀ। ਕਿਸਾਨਾਂ ਅਤੇ ਮਜ਼ਦੂਰਾਂ ਤੋਂ ਉਹਨਾਂ ਦੀ ਜ਼ਿੰਦਗੀ ਦੀਆਂ ਔਂਕੜਾਂ ਬਾਰੇ ਸੁਣਦਾ ਸੀ ਤਾਂ ਇਉਂ ਲੱਗਦਾ ਸੀ ਕਿ ਉਹ ਉਹਨਾਂ ਦੇ ਦੁੱਖ ਵਿੱਚ ਹੀ ਸ਼ਿਰਕਤ ਕਰ ਰਿਹਾ ਹੋਵੇ। ਇਹ ਨੌਜਵਾਨ ਬਿਹਾਰ ਤੋਂ ਸੀ। ਕਹਿੰਦੇ ਉਹਦੀਆਂ ਅੱਖਾਂ ਦੱਸ ਰਹੀਆਂ ਸਨ ਕਿ ਉਹ ਬਹੁਤ ਤੇਜ਼ ਤਰਾਰ ਸੀ। ਉਹਦੀਆਂ ਅੱਖਾਂ ਬਹੁਤ ਵਿਆਕੁਲ ਤੇ ਖਤਰੇ ਨਾਲ ਜੂਝਣ ਵਾਲੀਆਂ ਲੱਗਦੀਆਂ ਸਨ। ਮੈਂ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ। ਉਹ ਨੌਜਵਾਨ ਆਪਣੀ ਜ਼ਿੰਦਗੀ ਬਾਰੇ ਦੱਸ ਰਿਹਾ ਸੀ। ਫੇਰ ਮੈਂ ਆਪਣੇ ਖਿਆਲਾਂ ਵਿੱਚ ਚਲਾ ਗਿਆ ਤੇ 2 ਕੁ ਘੰਟਿਆਂ ਬਾਅਦ ਅਸੀਂ ਉਤਰਨਾ ਸੀ। ਗੁਰਜੰਟ ਸਿੰਘ ਨੇ ਉਤਰਨ ਵੇਲੇ ਕਹਿੰਦੇ ਵੀ ਉਸ ਨੌਜਵਾਨ ਨੂੰ ਕਾਗਜ਼ ਉੱਤੇ ਲਿਖ ਕੇ ਟੈਲੀਫੋਨ ਨੰਬਰ ਦੇ ਦਿੱਤਾ। ਟਿਕਾਣੇ ਉੱਤੇ ਜਾ ਕੇ ਗੁਰਜੰਟ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਅੱਧਾ ਸੱਚ ਬੋਲ ਰਿਹਾ ਸੀ। ਅਸਲ ਵਿੱਚ ਉਹ ਘਰੋਂ ਭੱਜ ਕੇ ਗੁਰਬਤ ਵਿੱਚੋਂ ਨਿਕਲਣ ਲਈ ਨਵੀਂ ਦੁਨੀਆ ਲੱਭ ਰਿਹਾ ਸੀ। ਇਹਦਾ ਸਰੀਰ ਅਤੇ ਅੱਖਾਂ ਦੱਸਦੀਆਂ ਹਨ ਕਿ ਉਹ ਨਵੇਂ ਜ਼ਮਾਨੇ ਦਾ ਬੰਦਾ ਹੈ। ਜੇ ਉਹ ਸਹੀ ਲਈ ਫੜ ਜਾਵੇ ਤਾਂ ਉਹ ਕੰਮ ਦਾ ਬੰਦਾ ਬਣ ਸਕਦਾ ਹੈ। ਮੈਂ ਇਸ ਨੂੰ ਕਹਿੰਦੇ ਵੀ ਆਪਣੀ ਨਵੀਂ ਠਾਰ ਕੋਲ ਚੱਕੀ ਵਾਲਿਆਂ ਦਾ ਨੰਬਰ ਦਿੱਤਾ ਹੈ। ਕਿਹਾ ਹੈ ਕਿ ਉੱਥੇ ਜਾ ਕੇ ਆਪਣੇ ਬਾਰੇ ਪੁੱਛ ਲਵੇ। ਆਪਾਂ ਨੂੰ ਠਾਰ ਉੱਤੇ ਵਪਾਰ ਦੀ ਰੁਚੀ ਵਾਲਾ ਕੋਈ ਬੰਦਾ ਚਾਹੀਦਾ ਹੈ। ਉਸ ਸਮੇਂ ਅਸੀਂ ਲੁਧਿਆਣੇ ਲਾਗੇ ਲੋਹਾਰੇ ਪਿੰਡ ਦੀ ਨਵੀਂ ਬਣੀ ਬਸਤੀ ਵਿੱਚ ਇੱਕ ਅੱਧ ਬਣਿਆ ਮਕਾਨ ਖਰੀਦਿਆ ਸੀ ਤੇ ਠਹਿਰਨ ਦਾ ਇੰਤਜ਼ਾਮ ਕੀਤਾ ਸੀ। ਟਰੱਕ ਤਾਂ ਕਹਿੰਦੇ ਵੀ ਆਪਣੇ ਕੋਲ ਹੈ ਹੀ ਸਨ। ਨੇੜੇ ਹੀ ਰੇਤਾ, ਬਜਰੀ ਅਤੇ ਇੱਟਾਂ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ, ਜਿੱਥੇ ਲਗਾਤਾਰ ਇੱਕ ਬੰਦੇ ਦੇ ਰਹਿਣ ਦੀ ਜ਼ਰੂਰਤ ਸੀ। ਕਹਿੰਦੇ ਲੋਕਾਂ ਨੂੰ ਇਹੋ ਸੀ ਕਿ ਇਹ ਪਿੰਡੋਂ ਉੱਠ ਕੇ ਇੱਥੇ ਆਏ ਹਨ ਅਤੇ ਟਰੱਕਾਂ ਵਾਲੇ ਹਨ ਤੇ ਨਾਲੇ ਹੀ ਰੇਤੇ, ਬਜਰੀ ਅਤੇ ਇੱਟਾਂ ਦਾ ਕੰਮ ਵੀ ਕਰਦੇ ਹਨ। ਇਹ ਠਾਰ ਉੱਤੇ ਮੇਰੇ ਤੋਂ ਬਿਨਾਂ ਲਿਬਰੇਸ਼ਨ ਦੇ ਤਕਰੀਬਨ ਸਾਰੇ ਪ੍ਰਮੁੱਖ ਸਿੰਘ ਆਉਂਦੇ ਜਾਂਦੇ ਰਹਿੰਦੇ ਸਨ। ਇੱਥੇ ਸਾਡੀਆਂ ਗੱਡੀਆਂ ਅਤੇ ਹੋਰ ਸਾਧਨ ਵੀ ਖੜੇ ਰਹਿੰਦੇ ਸਨ। ਇੱਥੇ ਅਸੀਂ ਘਰ ਦੇ ਥੱਲੇ ਆਪੇ ਮਿਸਤਰੀ ਪੁਣਾ ਕਰਕੇ ਇੱਕ ਭੋਰਾ ਵੀ ਬਣਾਇਆ ਹੋਇਆ ਸੀ। ਕਹਿੰਦੇ ਜਿਸ ਵਿੱਚ ਅਸਲਾ ਅਤੇ ਪੈਸੇ ਰੱਖੇ ਹੋਏ ਸਨ। ਉਹਨਾਂ ਦਿਨਾਂ ਵਿੱਚ ਕਿਰਾਏ ਉੱਤੇ ਮਕਾਨ ਲੈਣ ਵਾਲਿਆਂ ਦੀ ਬਹੁਤ ਪੁੱਛਗਿੱਛ ਹੋਇਆ ਕਰਦੀ ਸੀ। ਕਹਿੰਦੇ ਇਸ ਕਰਕੇ ਅਸੀਂ ਇਹ ਮਕਾਨ ਖਰੀਦਿਆ ਅਤੇ ਇਹਦੀ ਮੁਰੰਮਤ ਕਰਵਾ ਲਈ। 90 ਤੋਂ 92 ਵਿਚਕਾਰ ਲੁਧਿਆਣੇ ਵਿੱਚ ਲਿਬਰੇਸ਼ਨ ਵੱਲੋਂ ਜਿਹੜੇ ਵੀ ਕੰਮ ਕੀਤੇ ਗਏ ਉਹਦੇ ਲਈ ਇਹ ਟਿਕਾਣਾ ਹੀ ਵਰਤਿਆ ਗਿਆ। ਮੈਂ 90 ਦੇ ਅਖੀਰ ਵਿੱਚ ਪੰਜਾਬ ਤੋਂ ਬਾਹਰ ਚਲਾ ਗਿਆ ਅਤੇ 92 ਵਿੱਚ ਜਦੋਂ ਵਾਪਸ ਆਇਆ ਤਾਂ ਰਾਤ ਨੂੰ ਸੌਣ ਵੇਲੇ ਗੁਰਜੰਟ ਸਿੰਘ ਨੇ ਉਹ ਨੌਜਵਾਨ ਬਾਰੇ ਗੱਲ ਕੀਤੀ। ਗੁਰਜੰਟ ਸਿੰਘ ਕਹਿਣ ਲੱਗਾ ਕਿ ਉਹ ਨੌਜਵਾਨ ਬਾਰੇ ਜਿਵੇਂ ਸੋਚਿਆ ਸੀ ਉਵੇਂ ਹੀ ਹੈ।
ਉਹਨੂੰ ਕੰਮ ਤੇ ਰੱਖ ਲਿਆ ਕਿਉਂਕਿ ਉਹਨੇ ਪਹਿਲਾਂ ਨਾਲੋਂ ਜ਼ਿਆਦਾ ਸੱਚਾਈ ਵਿੱਚ ਆਪਣੇ ਬਾਰੇ ਦੱਸ ਦਿੱਤਾ ਸੀ। ਇੱਥੇ ਬੜੀ ਜ਼ਿੰਮੇਵਾਰੀ ਨਾਲ ਕੰਮ ਕਰਦਾ ਰਿਹਾ ਅਤੇ ਘਰ ਹੀ ਰਹਿੰਦਾ ਸੀ। ਰੋਟੀ ਪਾਣੀ ਦਾ ਕੰਮ ਵੀ ਉਹੀ ਕਰਦਾ ਸੀ। ਸਾਰੇ ਉਹਨੂੰ ਕਹਿੰਦੇ ਵੀ ਛੋਟੂ ਆ ਕੇ ਬੁਲਾਉਂਦੇ ਸਨ। ਉਹ ਕਈ ਮਹੀਨੇ ਕੰਮ ਕਰਦਾ ਰਿਹਾ। ਇਹ ਘਰ ਨੂੰ ਆਪਣਾ ਘਰ ਹੀ ਸਮਝਦਾ। ਅਸੀਂ ਵੀ ਉਸ ਉੱਪਰ ਵਿਸ਼ਵਾਸ ਕਰਨ ਲੱਗ ਪਏ। ਉਸ ਨੂੰ ਆਪਣੇ ਬਾਰੇ ਕੁਝ ਵੀ ਪਤਾ ਨਹੀਂ ਸੀ, ਪਰ ਉਹ ਚੁਸਤ ਬਹੁਤ ਸੀ। ਉਹਨੂੰ ਕਹਿੰਦੇ ਵੀ ਕਿਸੇ ਤਰ੍ਹਾਂ ਭੋਰੇ ਦਾ ਪਤਾ ਲੱਗ ਗਿਆ। ਇੱਕ ਦਿਨ ਉਹਨੇ ਚਾਬੀਆਂ ਲੱਭ ਕੇ ਭੋਰਾ ਖੋਲ ਲਿਆ। ਉੱਥੇ ਉਸ ਵੇਲੇ 2 ਅਸਾਲਟਾਂ, 5 ਮੈਗਜ਼ੀਨ, ਗੋਲੀ ਸਿੱਕਾ, 1 ਪਿਸਤੌਲ, 2 ਗ੍ਰਨੇਡ ਪਏ ਸਨ। ਨਾਲ 3 ਲੱਖ ਰੁਪਇਆ ਵੀ ਪਿਆ ਸੀ। ਇੱਕ ਬਹੁਤ ਸੋਹਣਾ ਬਰੀਫਕੇਸ ਪਿਆ ਸੀ ਜੋ ਅਸੀਂ ਕਿਸੇ ਖਾਸ ਬੰਦੇ ਵਾਂਗ ਬਣ ਕੇ ਜਾਣ ਲਈ ਵਰਤਦੇ ਹੁੰਦੇ ਸਾਂ। ਉਹ ਛੋਟੂ ਨੇ ਜਦੋਂ ਇਹ ਸਾਰਾ ਕੁਝ ਵੇਖਿਆ ਕਹਿੰਦੇ ਤਾਂ ਉਹਦੇ ਅੰਦਰਲਾ ਛੋਟਾ ਜਿਹਾ ਸ਼ੈਤਾਨ ਜਾਗ ਉੱਠਿਆ। ਉਹਨੇ ਸਾਰਾ ਕੁਝ ਉਸੇ ਬਰੀਫਕੇਸ ਵਿੱਚ ਪਾਇਆ ਅਤੇ ਉੱਥੋਂ ਰਫੂ ਚੱਕਰ ਹੋ ਗਿਆ। ਪਰ ਜਾਣ ਵੇਲੇ ਭੋਰੇ ਵਿੱਚ ਹੀ ਇੱਕ ਪਰਚੀ ਲਿਖ ਕੇ ਛੱਡ ਗਿਆ ਕਿ ਭਾਈ ਸਾਹਿਬ ਆਪ मेरे पूजनयोग हो, मुझे माफ़ करना, मैं अब जा रहा हूँ, मेरे पीछे मत आना। ਸਾਨੂੰ ਜਦੋਂ ਕਹਿੰਦਾ ਵੀ ਪਤਾ ਲੱਗਾ ਤਾਂ ਸਾਨੂੰ ਕਾਫੀ ਚਿਰ ਉਹ ਠਾਰ ਛੱਡਣੀ ਪਈ ਕਿ ਕਿਤੇ ਉਹ ਫੜਿਆ ਗਿਆ ਤਾਂ ਪੁਲਿਸ ਨੂੰ ਲੈ ਕੇ ਇੱਥੇ ਆਊਗਾ। ਕਈ ਮਹੀਨਿਆਂ ਬਾਅਦ ਕਹਿੰਦਾ ਵੀ ਅਸੀਂ ਫੇਰ ਉਸੇ ਥਾਂ ਤੇ ਆਉਣ ਜਾਣ ਲੱਗ ਪਏ। ਅਸੀਂ ਉਸ ਨੂੰ ਭੁਲਾ ਦਿੱਤਾ ਤੇ ਉਹਨੂੰ ਉਹਦੇ ਹਾਲਾਤਾਂ ਉੱਤੇ ਛੱਡ ਦਿੱਤਾ। ਉਸ ਵੇਲੇ ਹੋਰ ਕੁਝ ਵੀ ਨਹੀਂ ਸੀ ਹੋ ਸਕਦਾ। ਗੁਰਜੰਟ ਸਿੰਘ ਨੇ ਇਹ ਕਹਾਣੀ ਦਾ ਇੰਨਾ ਹਿੱਸਾ ਹੀ ਸੁਣਾਇਆ। ਮੁੜ ਅਸੀਂ ਹੋਰ ਗੱਲਾਂ ਵਿੱਚ ਪੈ ਗਏ। ਇਸ ਕਹਾਣੀ ਦਾ ਕਹਿੰਦਾ ਵੀ ਦੂਜਾ ਹਿੱਸਾ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਅਪ੍ਰੈਲ 1996 ਵਿੱਚ ਮੈਂ ਫੜਿਆ ਗਿਆ। ਲੁਧਿਆਣੇ ਪੁਲਿਸ ਕੋਲ ਮੇਰਾ ਕੋਈ 40 ਦਿਨ ਦਾ ਰਿਮਾਂਡ ਰਿਹਾ। ਕਿਤੇ ਵੀ ਕਿੰਨੀ ਵੀ ਸਖਤਾਈ ਹੋਵੇ, ਉਹੀ ਸਭ ਕੁਝ ਥੋੜੇ ਚਿਰ ਬਾਅਦ ਆਮ ਜਿਹਾ ਬਣ ਜਾਂਦਾ ਹੈ। ਮੇਰੀ ਤਫਤੀਸ਼ ਦੇ ਅਖੀਰਲੇ ਦਿਨਾਂ ਵਿੱਚ ਪੁਲਿਸ ਵਾਲੇ ਝਿਜਕਣੋਂ ਹਟ ਗਏ ਸਨ। ਐਨੇ ਚਿਰ ਵਿੱਚ ਬੰਦੇ ਨਾਲ ਮੁਲਾਜ਼ਮ ਅਤੇ ਅਫਸਰ ਵੀ ਖੁੱਲ੍ਹ ਜਾਂਦੇ ਹਨ। ਅਖੀਰਲੇ ਦਿਨਾਂ ਵਿੱਚ ਇੱਕ ਸ਼ਾਮ ਨੂੰ ਇੱਕ ਅਫਸਰ ਨੇ ਕਹਾਣੀ ਸੁਣਾਈ ਕਿ ਵੇਖੋ ਦਹਿਸ਼ਤ ਵਾਲੇ ਮਾਹੌਲ ਵਿੱਚ ਤੁਹਾਡੇ ਨਾਂ ਉੱਤੇ ਲੁਟੇਰਿਆਂ ਅਤੇ ਜਰਾਇਮ ਪੇਸ਼ ਲੋਕਾਂ ਨੇ ਕਿਵੇਂ ਲਾਹਾ ਲਿਆ ਅਤੇ ਵਿੱਚੇ ਸਾਡੇ ਪੁਲਿਸ ਵਾਲਿਆਂ ਨੇ ਆਮ ਲੋਕਾਂ ਨੂੰ ਕਹਿੰਦਾ ਵੀ ਕਿਵੇਂ ਲੁੱਟਿਆ। ਉਹ ਅਫਸਰ ਨੇ ਖੰਨੇ ਵਿੱਚ ਤੈਨਾਤ ਹੋਮਗਾਰਡ ਦੇ 2 ਜਵਾਨਾਂ ਦੀ ਕਹਾਣੀ ਸੁਣਾਈ ਜਿਹੜੇ ਉਸੇ ਇਲਾਕੇ ਨਾਲ ਸੰਬੰਧਿਤ ਸਨ। ਉਹਨਾਂ ਵਿੱਚੋਂ ਇੱਕ ਵਿਆਹਿਆ ਹੋਇਆ ਸੀ ਅਤੇ ਬੱਚੇ ਵੀ ਸਨ, ਪਰ ਦੂਜਾ ਹਲੇ ਕਹਿੰਦੇ ਵੀ ਕੁਆਰਾ ਹੀ ਸੀ। ਉਸ ਵੇਲੇ ਖੰਨੇ, ਸਮਰਾਲੇ, ਖਮਾਣੋ ਅਤੇ ਸਰਹੰਦ ਦੇ ਇਲਾਕੇ ਵਿੱਚ ਕਹਿੰਦੇ ਵੀ 8-10 ਮਹੀਨਿਆਂ ਦੇ ਵਕਫੇ ਵਿੱਚ ਲੁੱਟ ਅਤੇ ਡਾਕੇ ਦੀਆਂ ਕਈ ਵਾਰਦਾਤਾਂ ਹੋਈਆਂ। ਜ਼ਿਆਦਾਤਰ ਵਾਰਦਾਤਾਂ ਵਿੱਚ 2 ਹੀ ਬੰਦੇ ਹੁੰਦੇ ਸਨ। ਉਹਨਾਂ ਕੋਲ ਅਸਾਲਟਾਂ ਹੁੰਦੀਆਂ ਸਨ ਅਤੇ ਲਿਬਰੇਸ਼ਨ ਦੇ ਨਾਂ ਤੇ ਹੀ ਵਿਚਰਦੇ ਸਨ। ਇਹਨਾਂ ਨੇ ਜਥੇਬੰਦੀ ਦੇ ਨਾਂ ਵਾਲੇ ਪੱਤਰਾਂ ਰਾਹੀਂ ਉਸ ਇਲਾਕੇ ਦੇ ਸਿਰਕੱਢ ਜ਼ਿਮੀਂਦਾਰਾਂ ਤੋਂ ਵੀ ਪੈਸੇ ਬਟੋਰ ਲਏ। ਉਸ ਅਫਸਰ ਦਾ ਕਹਿਣਾ ਸੀ ਵੀ ਸਾਨੂੰ ਸ਼ੱਕ ਉਦੋਂ ਸ਼ੁਰੂ ਹੋਇਆ ਜਦੋਂ ਪੈਸੇ ਦੇਣ ਵਾਲਿਆਂ ਬੰਦਿਆਂ ਨੇ ਸਾਨੂੰ ਉਹ ਚਿੱਠੀਆਂ ਵਿਖਾਈਆਂ ਜੋ ਉਹਨਾਂ ਤੇ ਪੈਸੇ ਲੈਣ ਲਈ ਪਾਈਆਂ ਹੋਈਆਂ ਸਨ। ਇਹ ਤਾਂ ਸਾਫ਼ ਸੀ ਕਿ ਉਹ ਕਾਗਜ਼ ਅਸਲੀ ਸਨ ਅਤੇ ਗੁਰਜੰਟ ਸਿੰਘ ਦੇ ਦਸਤਖਤ ਵੀ ਸਹੀ ਨਮੂਨੇ ਦੇ ਸਨ। ਪਰ ਇਸ ਤਰ੍ਹਾਂ ਇਹਨੇ ਥੋੜੇ ਪੈਸੇ ਇਕੱਠੇ ਕਰਨ ਬਾਰੇ ਸ਼ੰਕਾ ਹੋ ਗਈ ਕਿਉਂਕਿ ਪੁਲਿਸ ਕੋਲ ਸਾਰੇ ਖਾੜਕੂਆਂ ਦੇ ਵਿਹਾਰ ਬਾਰੇ ਬਹੁਤ ਜਾਣਕਾਰੀ ਸੀ। ਵੱਖ-ਵੱਖ ਸੂਚਨਾਵਾਂ ਨਾਲ ਗੱਲ ਪੱਕੀ ਹੋ ਗਈ। ਕਹਿੰਦਾ ਕਿ 2 ਹੀ ਬੰਦੇ ਹਨ ਅਤੇ ਸਭ ਥਾਂ ਉਹਨਾਂ ਦੀ ਵੇਸ਼-ਭੂਸ਼ਾ ਦਾ ਜ਼ਿਕਰ ਵੀ ਰਲ ਗਿਆ। ਸ਼ਿਕਾਇਤਾਂ ਕਰਨ ਵਾਲਿਆਂ ਨੇ ਇਹ ਵੀ ਸ਼ੱਕ ਜ਼ਾਹਰ ਕੀਤਾ ਕਿ ਉਹ ਬੰਦੇ ਹਰਕਤਾਂ ਤੋਂ ਖੜਕੂ ਨਹੀਂ ਲੱਗਦੇ ਸਨ। ਫਰੌਤੀਆਂ ਵਾਲੇ ਦੌਰ ਤੋਂ ਬਾਅਦ ਉਹਨਾਂ ਦਾ ਅਗਲਾ ਦੌਰ ਸ਼ੁਰੂ ਹੋਇਆ। ਕਹਿੰਦੇ ਉਹਨਾਂ ਬੰਦਿਆਂ ਨੇ ਕਈ ਥਾਂ ਮੂੰਹ ਬੰਨ ਕੇ ਡਾਕੇ ਮਾਰੇ। ਨਗਦੀ ਦੇ ਨਾਲ-ਨਾਲ ਗਹਿਣੇ ਵੀ ਲੁੱਟਣ ਲੱਗ ਪਏ। ਪੇਸ਼ਾਵਰ ਲੁਟੇਰਿਆਂ ਦੇ ਸੁਭਾਅ ਤੋਂ ਉਲਟ ਕਈ ਥਾਂ ਬੇਲੋੜੇ ਬੰਦੇ ਵੀ ਜ਼ਖਮੀ ਕਰ ਦਿੱਤੇ ਅਤੇ ਮਾਰ ਵੀ ਦਿੱਤੇ। ਕਹਿੰਦੇ ਪਰ ਉਹਨਾਂ ਬਾਰੇ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ ਕਿ ਇਹ ਸਭ ਕੁਝ ਕੌਣ ਕਰ ਰਿਹਾ ਹੈ, ਕਿਉਂਕਿ ਉਹਨਾਂ ਦਿਨਾਂ ਵਿੱਚ ਪੁਲਿਸ ਲਈ ਇੱਕੋ ਮਸਲਾ ਖਾੜਕੂਆਂ ਨੂੰ ਫੜਨਾ ਜਾਂ ਮਾਰਨਾ ਹੀ ਮੁੱਖ ਸੀ। ਕਹਿੰਦੇ ਇੱਕ ਦਿਨ ਮੁੱਖ ਦਫ਼ਤਰ ਨੂੰ ਸੂਚਨਾ ਮਿਲੀ ਕਿ ਖੰਨੇ ਵਿੱਚ ਤੈਨਾਤ 2 ਹੋਮਗਾਰਡਾਂ ਦਾ ਚਾਲ ਚੱਲਣ ਪਿਛਲੇ ਕੁਝ ਮਹੀਨਿਆਂ ਤੋਂ ਸ਼ੱਕੀ ਲੱਗ ਰਿਹਾ ਸੀ। ਇੱਕ ਸ਼ਾਮ ਨੂੰ ਉਹ ਦਾਰੂ ਪੀ ਕੇ ਆਪਸ ਵਿੱਚ ਲੁੱਟ ਦੇ ਮਾਲ ਪਿੱਛੇ ਲੜਨ ਲੱਗ ਪਏ। ਠੇਕੇ ਦੇ ਹਾਤੇ ਵਿੱਚੋਂ ਸੂਚਨਾ ਥਾਣੇ ਆਈ ਤਾਂ ਉਹਨਾਂ ਦੀ ਪੜਤਾਲ ਕੀਤੀ ਗਈ। ਉਹਨਾਂ ਦਾ ਰਹਿਣ ਸਹਿਣ ਬਹੁਤ ਸ਼ਾਨੋ ਸ਼ੌਕਤ ਵਾਲਾ ਸੀ ਅਤੇ ਖੁੱਲਾ ਖਰਚਾ ਕਰਦੇ ਸਨ। ਉਹਨਾਂ ਦੇ ਘਰਾਂ ਵਿੱਚ ਬਹੁਤ ਸਾਰਾ ਨਵਾਂ ਸਮਾਨ ਸੀ। ਇੱਕ ਨੇ ਲੁਧਿਆਣੇ ਵਿੱਚ ਕਿਰਾਏ ਦੇ ਮਕਾਨ ਵਿੱਚ ਕਹਿੰਦੇ ਵੀ ਇੱਕ ਜਨਾਨੀ ਵੀ ਰੱਖੀ ਹੋਈ ਸੀ, ਉਸ ਤੇ ਬਹੁਤ ਖਰਚਾ ਕਰਦਾ ਸੀ। ਇਹ ਜਾਣਕਾਰੀ ਮਿਲਣ ਮਗਰੋਂ CIA ਨੇ ਉਹਨਾਂ ਨੂੰ ਚੁੱਕ ਲਿਆ ਤੇ ਤਸ਼ੱਦਦ ਦੇ ਪਹਿਲੇ ਦੌਰ ਵਿੱਚ ਹੀ ਦੋਵੇਂ ਸਾਰਾ ਕੁਝ ਮੰਨ ਗਏ। ਕਹਿੰਦੇ ਸਾਰਾ ਅਸਲਾ 40-50 ਲੱਖ ਰੁਪਈਆ, ਬਹੁਤ ਸਾਰੇ ਗਹਿਣੇ ਉਹਨਾਂ ਤੋਂ ਬਰਾਮਦ ਹੋਏ। ਪੈਸੇ ਮੌਕੇ ਦੇ ਅਫਸਰਾਂ ਨੇ ਆਪਸ ਵਿੱਚ ਵੰਡ ਲਏ ਅਤੇ ਉਹਨਾਂ ਦੋਵਾਂ ਨੂੰ ਅਣਪਛਾਤੇ ਖਾੜਕੂ ਕਹਿ ਕੇ ਮਾਰ ਦਿੱਤਾ। ਉਹਨਾਂ ਨੇ ਬਹੁਤ ਤਰਲੇ ਕੀਤੇ ਪਰ ਉਹਨਾਂ ਦੀ ਕਿਸਮਤ ਇਸ ਗੱਲੋਂ ਖਰਾਬ ਨਿਕਲੀ ਕਿ ਉਹਨਾਂ ਕੋਲ ਪੈਸਾ ਬਹੁਤ ਜ਼ਿਆਦਾ ਬਰਾਮਦ ਹੋ ਗਿਆ ਸੀ। ਇਹ ਪੈਸਾ ਅਤੇ ਗਹਿਣੇ ਅਫਸਰਾਂ ਦੇ ਕੰਮ ਤਾਂ ਹੀ ਆ ਸਕਦਾ ਸੀ ਜੇ ਮੂਲ ਮੁੱਦਾ ਹੀ ਖਤਮ ਕਰ ਦਿੰਦੇ। ਸਾਰੀ ਗੱਲ ਸੁਣਾ ਕੇ ਉਹ ਅਫਸਰ ਕਹਿਣ ਲੱਗਾ ਕਿ ਵੇਖੋ ਜਿਹੜਾ ਪੈਸਾ ਉਹਨਾਂ ਨੇ ਲੁੱਟਿਆ ਸੀ ਉਹਦੇ ਪਿੱਛੇ ਹੀ ਲੜੇ ਅਤੇ ਉਹਦੇ ਕਰਕੇ ਹੀ ਪੁਲਿਸ ਨੇ ਉਹ ਮਾਰ ਦਿੱਤੇ। ਛੋਟੂ ਦੀ ਕਹਾਣੀ ਇੱਕ ਗੱਡੀ ਵਿੱਚੋਂ ਸ਼ੁਰੂ ਹੋਈ ਸੀ ਕਹਿੰਦੇ ਤੇ ਮੁੜ ਗੱਡੀ ਵਿੱਚੋਂ ਹੀ ਗੇੜਾ ਖਾ ਗਈ।
ਉਹਨਾਂ ਹੋਮਗਾਰਡਾਂ ਨੇ ਹੀ ਪੁਲਿਸ ਨੂੰ ਦੱਸਿਆ ਕਿ ਅਸਲ ਵਿੱਚ ਇਹ ਹਥਿਆਰ ਉਹਨਾਂ ਨੇ 10 ਕੁ ਮਹੀਨੇ ਪਹਿਲਾਂ ਲੁਧਿਆਣੇ ਤੋਂ ਆ ਰਹੀ ਹਾਵੜਾ ਮੇਲ ਵਿੱਚੋਂ ਲੁੱਟੇ ਸਨ। ਉਹ ਦੋਵੇਂ ਉਸ ਵਕਤ ਗੱਡੀ ਦੀ ਰਾਖੀ ਉੱਤੇ ਲੱਗੇ ਹੋਏ ਸਨ। ਉਹਨਾਂ ਨੇ ਗੱਡੀ ਵਿੱਚ ਇੱਕ ਛੋਟੀ ਉਮਰ ਦੇ ਬਿਹਾਰੀ ਮੁੰਡੇ ਕੋਲ ਬਹੁਤ ਸੋਹਣਾ ਬਰੀਫਕੇਸ ਵੇਖਿਆ ਜੋ ਉਹਦੀ ਸ਼ਕਲ ਅਤੇ ਕੱਪੜਿਆਂ ਨਾਲ ਮੇਲ ਨਹੀਂ ਸੀ ਖਾਂਦਾ। ਜਦੋਂ ਕਹਿੰਦੇ ਵੀ ਉਹਨਾਂ ਨੇ ਉਹਨੂੰ ਪੁੱਛਿਆ ਤਾਂ ਉਹਦੇ ਕੋਲ ਕੋਈ ਜਚਵਾਂ ਜਵਾਬ ਨਾ ਦੇ ਹੋਇਆ। ਜਦੋਂ ਉਹਨਾਂ ਨੇ ਹੱਥ ਲਾ ਕੇ ਵੇਖਿਆ ਤਾਂ ਇਹ ਕਾਫੀ ਭਾਰਾ ਸੀ। ਉਹਨਾਂ ਦੀ ਸ਼ੱਕ ਹੋਰ ਵੱਧ ਗਈ। ਉਹ ਉਸ ਮੁੰਡੇ ਨੂੰ ਕਹਿੰਦੇ ਵੀ ਗੱਡੀ ਦੇ ਗਾਰਦ ਵਾਲੇ ਡੱਬੇ ਵਿੱਚ ਲੈ ਗਏ ਅਤੇ ਉੱਥੇ ਉਹਦੇ ਤੋਂ ਬਰੀਫਕੇਸ ਖਲਵਾਇਆ ਤਾਂ ਉਹਦੇ ਵਿੱਚ ਅਸਾਲਟਾਂ ਅਤੇ ਹੋਰ ਅਸਲੇ ਦੇ ਨਾਲ ਪੈਸੇ ਅਤੇ ਜਥੇਬੰਦੀ ਦੇ ਲੈਟਰ ਪੈਡ ਵੇਖ ਕੇ ਉਹਨਾਂ ਦੇ ਹੋਸ਼ ਉੱਡ ਗਏ। ਉਹ ਮੁੰਡਾ ਵੀ ਡਰ ਗਿਆ। ਉਹਨੇ ਸੱਚ ਦੱਸ ਦਿੱਤਾ ਕਿ ਮੈਂ ਇਹ ਸਮਾਨ ਆਪਣੇ ਮਾਲਕਾਂ ਦਾ ਚੋਰੀ ਕੀਤਾ ਹੋਇਆ ਹੈ, ਮੈਨੂੰ ਹੋਰ ਕੁਝ ਨਹੀਂ ਪਤਾ, ਤੁਸੀਂ ਇਹ ਰੱਖ ਲਵੋ ਤੇ ਮੈਨੂੰ ਛੱਡ ਦੇਵੋ। ਉਸ ਗੱਡੀ ਦੇ ਡੱਬੇ ਵਿੱਚ ਇੱਕ ਛੋਟੇ ਜਿਹੇ ਬੇਈਮਾਨ ਦੇ ਪੈਸੇ ਸਮੇਤ ਫੜੇ ਜਾਣ ਨਾਲ ਸੱਤਾ ਦੀ ਛਾਂ ਹੇਠ ਰਹਿਣ ਵਾਲੇ ਦੋ ਆਦਮੀ ਬੰਦਿਆਂ ਅੰਦਰ ਹਥਿਆਰ ਵੇਖ ਕੇ ਹੋਰ ਵੱਡੀ ਬੇਈਮਾਨੀ ਪੈਦਾ ਹੋ ਗਈ ਕਹਿੰਦੇ, ਅਤੇ ਸ਼ੈਤਾਨ ਵੀ ਜਾਗ ਪਿਆ। ਉਹਨਾਂ ਤੁਰੰਤ ਸਲਾਹ ਬਣਾਈ ਕਿ ਕਿਸੇ ਨੂੰ ਕੁਝ ਦੱਸਣ ਦੀ ਲੋੜ ਹੀ ਨਹੀਂ, ਇਹਦਾ ਕੰਮ ਨਿਬੇੜ ਕੇ ਸਾਰਾ ਕੁਝ ਸਾਡਾ ਹੋ ਜਾਏਗਾ। ਉਹਨਾਂ ਨੇ ਚੱਲਦੀ ਗੱਡੀ ਵਿੱਚ ਉਸ ਮੁੰਡੇ ਨੂੰ ਉਸੇ ਪਿਸਤੌਲ ਨਾਲ ਗੋਲੀ ਮਾਰ ਦਿੱਤੀ ਜਿਹੜਾ ਉਹ ਲੁੱਟ ਕੇ ਲਿਆਇਆ ਸੀ। ਉਹਦੀ ਲਾਸ਼ ਗੱਡੀ ਵਿੱਚੋਂ ਬਾਹਰ ਸੁੱਟ ਦਿੱਤੀ। ਉਹਨਾਂ ਵੇਲਿਆਂ ਵਿੱਚ ਅਜਿਹੀਆਂ ਲਾਸ਼ਾਂ ਦੀ ਕੌਣ ਪਰਵਾਹ ਕਰਦਾ ਸੀ। ਅਜਿਹੀ ਮੌਤ ਹਿੰਦੂਆਂ ਦੇ ਕਤਲਾਂ ਵਜੋਂ ਖਾੜਕੂਆਂ ਜਿਵੇਂ ਪੈਂਦੀ ਹੁੰਦੀ ਸੀ। ਉਹਨਾਂ ਹੋਮਗਾਰਡਾਂ ਨੇ ਜੋ ਪੁਲਿਸ ਅਫਸਰਾਂ ਨੂੰ ਦੱਸਿਆ ਤੇ ਜੋ ਅਫਸਰ ਨੇ ਮੈਨੂੰ ਦੱਸਿਆ, ਇਹ ਮਨੁੱਖੀ ਸੁਭਾਅ ਦੇ ਨੁਕਤੇ ਤੋਂ ਸੱਚਾਈ ਦੇ ਕਾਫੀ ਨੇੜੇ ਹੈ। ਆਮ ਬੰਦੇ ਵੀ ਇੰਜ ਹੀ ਕਰਦੇ ਹਨ। ਉਹਨਾਂ ਦੋਵਾਂ ਨੇ ਕਹਿੰਦੇ ਵੀ ਅਸਲਾ ਸਾਂਭ ਲਿਆ ਅਤੇ ਪੈਸੇ ਵੰਡ ਲਏ। ਉਹਨਾਂ ਅੰਦਰ ਐਸ਼ ਦੀ ਲਾਲਸਾ ਜਾਗ ਉੱਠੀ। 3 ਲੱਖ ਦੇ ਕਰੀਬ ਪੈਸੇ ਉਸ ਵੇਲੇ ਵੀ ਉਹਨਾਂ ਨੇ ਕਹਿੰਦੇ ਵੀ ਮਹੀਨੇ ਭਰ ਵਿੱਚ ਹੀ ਖਤਮ ਕਰ ਦਿੱਤੇ। ਉਹਨਾਂ ਨੇ ਹਥਿਆਰਾਂ ਤੋਂ ਪਹਿਲਾਂ ਲੈਟਰ ਪੈਡ ਨੂੰ ਵਰਤਣ ਦੀ ਕੋਸ਼ਿਸ਼ ਕੀਤੀ। ਪਹਿਲੀਆਂ 1-2 ਥਾਵਾਂ ਉੱਤੇ ਜਦੋਂ ਉਹਨਾਂ ਨੇ ਚਿੱਠੀਆਂ ਸੁੱਟੀਆਂ ਤਾਂ ਉਹਨਾਂ ਨੂੰ ਪੈਸੇ ਦੇਣ ਵਾਲੇ ਬਹੁਤ ਸਤਿਕਾਰ ਨਾਲ ਮਿਲੇ। ਅਜਿਹੇ ਮੌਕੇ ਬੰਦਾ ਫੈਸਲਾ ਆਪ ਨਹੀਂ ਕਰਦਾ, ਉਹਦੇ ਅੰਦਰ ਬਹੁਤ ਕੁਝ ਦੱਬਿਆ ਪਿਆ ਹੁੰਦਾ ਹੈ, ਉਹੀ ਤੈਅ ਕਰਦਾ ਹੈ। ਲੋਕਾਂ ਵੱਲੋਂ ਮਿਲਣ ਵਾਲੇ ਸਤਿਕਾਰ ਨੇ ਉਹਨਾਂ ਅੰਦਰ ਲੁੱਟ ਦਾ ਖਿਆਲ ਜਗਾਇਆ ਤੇ ਉਹਨਾਂ ਦੇ ਹੌਸਲੇ ਵੱਧ ਗਏ। ਹੋ ਤਾਂ ਇਹ ਸਕਦਾ ਸੀ ਕਿ ਉਹਨਾਂ ਨੂੰ ਸ਼ਰਮ ਆ ਜਾਂਦੀ ਕਿ ਲੋਕ ਉਹਨਾਂ ਨੂੰ ਕੀ ਸਮਝ ਕੇ ਪੈਸੇ ਦੇ ਰਹੇ ਹਨ, ਪਰ ਉਹ ਆਪ ਕੀ ਕਰ ਰਹੇ ਹਨ। ਪਰ ਅਜਿਹਾ ਨਾ ਹੋ ਕੇ ਇਸ ਤੋਂ ਉਲਟਾ ਹੋਇਆ। ਉਹਨਾਂ ਨੇ ਕਹਿੰਦੇ ਵੀ ਹੋਰ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਖਰਚੇ ਹੋਰ ਵੱਧ ਗਏ, ਹੋਰ ਲੁੱਟਾਂ ਕਰਨ ਲੱਗ ਪਏ। ਅਯਾਸ਼ੀ ਦੇ ਰਾਹ ਖੁੱਲ ਗਏ। ਉਹਨਾਂ ਨੂੰ ਲੁੱਟਣ ਦੀ ਅਚੱਭੀ ਲੱਗਣ ਲੱਗ ਪਈ। ਉਹਨਾਂ ਕੋਲ ਹਥਿਆਰ ਸਨ, ਜਥੇਬੰਦੀ ਦੇ ਪਰਵਾਨੇ ਸਨ, ਜਿਸ ਕਰਕੇ ਇੱਕ ਨਾਂ ਵੀ ਹੋ ਗਿਆ ਅਤੇ ਉਹਨਾਂ ਦੀ ਹੈਸੀਅਤ ਮੁਤਾਬਕ ਪੈਸਾ ਵੀ ਬਹੁਤ ਆ ਗਿਆ। ਕਹਿੰਦੇ ਨਸ਼ੇ ਅਤੇ ਅਯਾਸ਼ੀ ਦੇ ਨਾਲ-ਨਾਲ ਉਹਨਾਂ ਨੂੰ ਇੱਕ ਦੂਜੇ ਉੱਤੇ ਸ਼ੱਕ ਹੋਣ ਲੱਗ ਪਿਆ ਕਿ ਇਹ ਮੈਨੂੰ ਮਾਰ ਨਾ ਦੇਵੇ। ਇਹ ਗੱਲ ਨੂੰ ਲੈ ਕੇ ਉਹ ਲੜ ਪਏ ਤੇ ਉਹਨਾਂ ਦੀ ਲੜਾਈ ਨੇ ਫੜਵਾ ਦਿੱਤਾ। ਅਫਸਰ ਦੀ ਗੱਲ ਸੁਣ ਕੇ ਮੇਰੇ ਚੇਤੇ ਵਿੱਚ ਛੋਟੂ ਦਾ ਉਹ ਨੱਚਦੀਆਂ ਅੱਖਾਂ ਵਾਲਾ ਚਿਹਰਾ ਆ ਗਿਆ, ਪਰ ਅਫਸੋਸ ਕਿ ਉਹਦਾ ਅੰਤ ਬਹੁਤ ਬੁਰਾ ਹੋਇਆ। ਉਹ ਘਰੋਂ ਕਿਸੇ ਮਾਰਕਾ ਮਾਰਨ ਦੀ ਇੱਛਾ ਨਾਲ ਨਿਕਲਿਆ ਸੀ। ਉਹਦੇ ਮਨ ਵਿੱਚ ਬਾਹੂਬਲੀ ਬਣਨ ਦੀ ਇੱਛਾ ਸੀ। ਜੇ ਉਹ ਬਿਹਾਰ ਚਲਾ ਜਾਂਦਾ ਤਾਂ ਉਹਨੇ ਇਸ ਰਸਤੇ ਤੇ ਤੁਰਨਾ ਸੀ। ਪਤਾ ਨਹੀਂ ਇਹਨਾਂ ਹਥਿਆਰਾਂ ਨਾਲ ਕੀ ਕੁਝ ਕਰ ਦਿੰਦਾ। ਗੱਲ ਤਾਂ ਹਥਿਆਰਾਂ ਦੇ ਗਲਤ ਹੱਥਾਂ ਵਿੱਚ ਹੋਣ ਦੀ ਹੈ, ਖਾਸ ਕਰਕੇ ਜਦੋਂ ਮਾਹੌਲ ਹਥਿਆਰਾਂ ਲਈ ਸਾਜ਼ਗਾਰ ਹੋਵੇ ਤਾਂ ਇਹ ਕਹਿਰ ਮਚਾ